Hello everyone, welcome to your favorite English learning channel, Prove Soon English Guru. So today we have got for you writing task 2 video. Thank you for sharing so much love on our other videos, especially on writing task 2. So on public demand, we have also got another video for you. In this video, I've discussed writing task 2, the latest one, with a lot of details, and I've tried to make it very simple. Go and check out the video, and definitely I know you're going to love it. So let's get started. ਸੋ ਅੱਜ ਦਾ ਸਾਡਾ ਟਾਸਕ ਹੈ ਰਾਈਟਿੰਗ ਟਾਸਕ 2 ਹੈ ਆਇਲਸ 'ਚ ਜਿਹਦੇ ਲਈ ਸਾਨੂੰ 40 ਮਿੰਟਸ ਪੇਪਰ 'ਚ ਮਿਲਦੇ ਨੇ ਓਵਰਆਲ ਸਾਡੀ ਰਾਈਟਿੰਗ ਦੇ ਲਈ 60 ਮਿੰਟਸ ਨੇ 20 ਮਿੰਟਸ ਫॉर ਟਾਸਕ 1 ਐਂਡ 40 ਮਿੰਟਸ ਫॉर ਟਾਸਕ 2 ਰਾਈਟ ਸੋ ਅੱਜ ਦਾ ਜਿਹੜਾ ਅਸੀਂ ਕੁਐਸਚਨ ਕਰਨ ਜਾ ਰਹੇ ਹਾਂ ਲੇਟੈਸਟ ਕੁਐਸਚਨਸ ਦੇ ਵਿੱਚੋਂ ਹੈ ਸੋ ਲੈਟਸ ਸਟਾਰਟ ਸੋ ਸਾਡਾ ਕੁਐਸਚਨ ਹੈ giving detailed description of crime in newspaper and on television has bad consequences ਕਹਿੰਦੇ ਕਿ ਨਿਊਜ਼ਪੇਪਰਸ ਜਾਂ ਟੈਲੀਵਿਜ਼ਨ 'ਚ ਜਿਹੜੀ ਕ੍ਰਾਈਮ ਦੀ ਡਿਟੇਲਡ ਡਿਸਕ੍ਰਿਪਸ਼ਨ ਹੈ ਜਦ ਅਸੀਂ ਕਾਫੀ ਡਿਟੇਲ ਦੇ ਵਿੱਚ ਨਿਊਜ਼ਪੇਪਰਸ ਦੇ ਵਿੱਚ ਜਾਂ ਟੈਲੀਵਿਜ਼ਨ ਦੇ ਵਿੱਚ ਐਂਕਰਸ ਦੱਸਦੇ ਨੇ ਕਿ ਬਹੁਤ ਡਿਟੇਲ ਦੇ ਵਿੱਚ ਡਿਸਕ੍ਰਿਪਸ਼ਨ ਦਿੰਦੇ ਨੇ ਕਹਿੰਦੇ ਉਹਦੇ ਬੈਡ ਕੰਸੀਕੁਐਂਸਸ ਨੇ ਰਾਈਟ ਸੋ ਉਹਦੇ ਬੈਡ ਕੰਸੀਕੁਐਂਸਸ ਹੁੰਦੇ ਨੇ ਸੋ ਬੈਡ ਮੀਨਸ ਨੈਗੇਟਿਵ ਐਂਡ ਕੰਸੀਕੁਐਂਸਸ ਮੀਨਸ ਰਿਜ਼ਲਟਸ ਰਾਈਟ ਕਿ ਨਤੀਜੇ ਜਿਹੜੇ ਮਾੜੇ ਨਤੀਜੇ ਨੇ ਸੋ ਸਮ ਪੀਪਲ ਦੇਅਰਫੋਰ ਸੁਜੈਸਟ that government should impose restrictions ਸੋ impose means ਲਾਗੂ ਕਰਨਾ ਰਾਈਟ ਜਿੱਦਾਂ ਹੁਣ ਗਵਰਨਮੈਂਟ ਨੇ ਲੋਕਡਾਊਨ ਦੇ ਵਿੱਚ ਦਿਸ ਕੋਵਿਡ ਦੇ ਟਾਈਮ 'ਚ ਲੋਕਡਾਊਨ ਲਾਗੂ ਕੀਤਾ ਸੀ ਸੋ ਇੰਪੋਜ਼ ਕਰਨਾ ਲਾਗੂ ਕਰਨਾ ਐਂਡ ਰਿਸਟ੍ਰਿਕਸ਼ਨਸ ਮੀਨਸ ਰੋਕ ਲਾਣੀ ਕਿਸੇ ਵੀ ਚੀਜ਼ ਦੀ ਰੋਕ ਲਾਣੀ ਠੀਕ ਹੈ ਸੋ ਰੋਕ ਨੂੰ ਲਾਗੂ ਕਰਨਾ on them means detailed description of crime then to what extent do you agree or disagree ਹੁਣ to what extent question 'ਚ ਦਿੱਤਾ ਹੈ to what extent ਕਾਫੀ ਜ਼ਿਆਦਾ ਐਗਜ਼ਾਮਸ 'ਚ ਅੱਜ ਕੱਲ੍ਹ ਆ ਰਿਹਾ ਹੈ ਸੋ ਬੱਚੇ ਤੁਸੀਂ ਕਨਫਿਊਜ਼ ਨਹੀਂ ਹੋਣਾ ਮੈਂ ਆਲਰੇਡੀ ਤੁਹਾਨੂੰ ਰਾਈਟਿੰਗ ਟਾਸਕ 2 ਦੀ 2-3 ਵੀਡੀਓਜ਼ ਮੈਂ ਆਲਰੇਡੀ ਆਪਣੇ ਚੈਨਲ ਤੇ ਪਾਈਆਂ ਨੇ ਯੂ ਕੈਨ ਗੋ ਆਊਟ ਐਂਡ ਚੈੱਕ ਐਂਡ ਮੈਂ ਤੁਹਾਨੂੰ ਬਹੁਤ ਡਿਟੇਲ 'ਚ ਦੱਸਿਆ ਹੈ ਕਿ ਚਾਹੇ ਟੂ ਵਾਟ ਐਕਸਟੈਂਡ ਹੈ ਚਾਹੇ ਹਾਊ ਫਾਰ ਹੈ ਜਾਂ ਡੂ ਯੂ ਅਗਰੀ ਡਿਸਐਗਰੀ ਹੈ ਕੁਝ ਵੀ ਹੈ ਅਗਰੀ ਡਿਸਐਗਰੀ ਵਾਲੇ ਕੁਐਸਚਨ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਅਸੀਂ ਹਰ ਇੱਕ ਕੁਐਸਚਨ ਨੂੰ ਇੱਕੋ ਟਾਈਪ ਤੇ ਬਿਕਾਜ਼ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ 70 30 50 ਆਈ ਡੋਂਟ ਨੋ ਕਿ ਬੱਚਿਆਂ ਨੂੰ ਕਿਉਂ ਕਨਫਿਊਜ਼ਨ ਹੁੰਦੀ ਹੈ ਬਸ ਇੱਕ ਤੁਸੀਂ ਕਲੀਅਰਲੀ ਆਪਣੇ ਦਿਮਾਗ 'ਚ ਇੱਕ ਚੀਜ਼ ਬਿਠਾ ਲਓ ਕਿ ਤੁਸੀਂ ਅਗਰੀ ਡਿਸਐਗਰੀ ਵਾਲੇ ਕੁਐਸਚਨ ਨੂੰ ਇਸ ਤਰੀਕੇ ਨਾਲ ਹੀ ਕਰਨਾ ਹੈ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਰਾਈਟ ਹੁਣ ਜਿੱਦਾਂ ਕਿ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸਿਆ ਕਿ ਅਸੀਂ ਐਸੇ ਦੇ ਵਿੱਚ 4 ਪੈਰਾਗ੍ਰਾਫਸ ਬਣਾਵਾਂਗੇ first one will be introduction right introduction hoegi sadi then second one will be body paragraph 1 third body paragraph 2 and fourth will be sada conclusion right already ਅਸੀਂ 250 words ਉਹਨਾਂ ਲਿਖੇ ਨੇ ਪਰ ਅਸੀਂ 280 to 290 words ਤੱਕ ਅਸੀਂ ਆਪਣਾ ਐਸੇ ਲਿਖ ਕੇ ਜਾਵਾਂਗੇ ਚਲੋ ਅਸੀਂ ਸ਼ੁਰੂ ਕਰਦੇ ਹਾਂ ਅਸੀਂ ਆਪਣਾ first paragraph that is introduction ਹੁਣ ਇੰਟਰੋਡਕਸ਼ਨ ਅਸੀਂ ਦੇਖਣਾ ਹੈ ਕਿ ਸਾਡੇ ਕੁਐਸਚਨ 'ਚ ਜਿੰਨੀਆਂ ਲਾਈਨਾਂ ਦਿੱਤੀਆਂ ਹੈ ਅਸੀਂ ਇੰਟਰੋਡਕਸ਼ਨ ਉਦਾਂ ਹੀ ਉਨੀ ਹੀ ਬਣਾਉਣੀ ਹੈ ਜੇ ਕੁਐਸਚਨ 'ਚ 3 ਲਾਈਨਾਂ ਨੇ ਤਾਂ ਅਸੀਂ ਇੰਟਰੋਡਕਸ਼ਨ 'ਚ 3 ਲਾਈਨਾਂ ਬਣਾਵਾਂਗੇ ਸੋ ਲੈਟਸ ਸੀ ਸਾਡੇ ਕੁਐਸਚਨ 'ਚ ਕਿੰਨੀਆਂ ਲਾਈਨਾਂ ਹੁਣ ਤੁਸੀਂ ਦੇਖੋ ਕੁਐਸਚਨ 'ਚ ਗਿਵਿੰਗ ਡਿਟੇਲਡ ਡਿਸਕ੍ਰਿਪਸ਼ਨ ਆਫ ਕ੍ਰਾਈਮ ਇਨ ਨਿਊਜ਼ਪੇਪਰ ਐਂਡ ਔਨ ਟੈਲੀਵਿਜ਼ਨ ਹੈਜ਼ ਬੈਡ ਕੰਸੀਕੁਐਂਸਸ ਸੋ ਦਿਸ ਇਜ਼ ਲਾਈਨ ਨੰਬਰ 1 right ਇੱਕ ਲਾਈਨ then some people therefore suggest that government should impose restrictions on them so this is line number 2 okay then to what extent do you agree disagree ਇਹ ਸਾਡਾ ਕੁਐਸਚਨ ਜਿਹੜਾ ਸਾਨੂੰ ਐਗਜ਼ੈਕਟਲੀ ਪੁੱਛਿਆ ਸਾਡੀ ਓਪੀਨੀਅਨ ਪੁੱਛੀ ਹੈ ਸੋ 3 ਲਾਈਨਸ ਨੇ ਸੋ ਅਸੀਂ ਇੰਟਰੋਡਕਸ਼ਨ 'ਚ ਵੀ ਅਸੀਂ ਆਪਣੇ ਕੁਐਸਚਨ ਦੀ ਜਿਹੜੀ ਇੰਟਰੋਡਕਸ਼ਨ 'ਚ ਵੀ 3 ਲਾਈਨਸ ਹੀ ਲਿਖਾਂਗੇ ਹੁਣ ਲੈਟਸ ਟਾਕ ਅਬਾਊਟ ਦ ਵੈਰੀ ਫਸਟ ਲਾਈਨ ਜਿਸ 'ਚ ਅਸੀਂ ਦਿੱਤਾ ਹੈ ਦ ਨੰਬਰ ਆਫ ਨਿਊਜ਼ਪੇਪਰ ਐਂਡ ਟੈਲੀਵਿਜ਼ਨ ਚੈਨਲਸ ਕਿਉਂਕਿ ਸਾਡਾ ਕੁਐਸਚਨ ਦੇ ਵਿੱਚ ਦੇਖੋ ਸਾਡੇ ਕੁਐਸਚਨ ਦੇ ਵਿੱਚ ਟੌਪਿਕ ਜਿਹੜਾ ਬਣਦਾ ਉਹ ਹੈ ਡਿਟੇਲਡ ਡਿਸਕ੍ਰਿਪਸ਼ਨ ਆਫ ਕ੍ਰਾਈਮ ਇਨ ਨਿਊਜ਼ਪੇਪਰ ਐਂਡ ਟੈਲੀਵਿਜ਼ਨ ਸੋ ਸਾਡਾ ਟੌਪਿਕ ਜਿਹੜਾ ਆ ਕੀਵਰਡਸ ਨੇ ਡਿਟੇਲਡ ਡਿਸਕ੍ਰਿਪਸ਼ਨ ਆਫ ਕ੍ਰਾਈਮ ਇਨ ਨਿਊਜ਼ ਕੱਲਾ ਟੈਲੀਵਿਜ਼ਨ ਜਾਂ ਨਿਊਜ਼ਪੇਪਰ ਬਾਰੇ ਅਸੀਂ ਨਹੀਂ ਲਿਖ ਸਕਦੇ ਡਿਟੇਲਡ ਡਿਸਕ੍ਰਿਪਸ਼ਨ ਆਫ ਕ੍ਰਾਈਮ ਦੀ ਗੱਲ ਹੋਈ ਸੋ ਅਸੀਂ ਇਹਦੇ ਬਾਰੇ ਹੀ ਸਾਡਾ ਟੌਪਿਕ ਸੈਂਟੈਂਸ ਜਿਹੜਾ ਸੀ ਸਾਡਾ ਕੁਐਸਚਨ ਇੰਟਰੋਡਕਸ਼ਨ ਦੀ ਪਹਿਲੀ ਲਾਈਨ ਬਣੇਗੀ ਸੋ ਦ ਨੰਬਰ ਆਫ ਨਿਊਜ਼ਪੇਪਰ ਐਂਡ ਟੈਲੀਵਿਜ਼ਨ ਚੈਨਲਸ ਆਰ ਗੇਨਿੰਗ ground so gaining ground means gaining popularity right कि ये बहुत मशहूर हो रहा है आज का ਜਿਹੜਾ ਦੌਰ ਹੈ ਮੀਡੀਆ ਦਾ ਦੌਰ ਹੈ in this media oriented age media oriented age means ਅੱਜ ਦੇ ਮੀਡੀਆ ਦੇ ਯੁੱਗ ਵਿੱਚ ਸੋ ਇੱਕ ਕੋਲੋਕੇਸ਼ਨ ਹੈ media oriented age right collocation means ਜਦ ਕੁਝ words ਇਕੱਠੇ ਆਉਂਦੇ ਨੇ right ਤੇ
ਤਦ ਉਹਨੂੰ ਕੋਲੋਕੇਸ਼ਨ ਕਹਿੰਦੇ ਆ। ਸੋ ਇਸ ਮੀਡੀਆ ਦੇ ਯੁੱਗ ਦੇ ਵਿੱਚ ਨਿਊਜ਼ਪੇਪਰਸ ਜਾਂ ਟੈਲੀਵਿਜ਼ਨ ਚੈਨਲਸ ਪਪੂਲੈਰਿਟੀ ਗੇਨ ਕਰ ਰਹੇ ਨੇ ਐਂਡ ਆਲਮੋਸਟ ਆਲ ਦ ਕ੍ਰਾਈਮਸ ਆਰ ਕਵਰਡ ਵਿਦ ਡਿਟੇਲਡ ਇਨਫੋਰਮੇਸ਼ਨ, ਰਾਈਟ। ਸੋ ਇਹ ਡਿਟੇਲਡ ਇਨਫੋਰਮੇਸ਼ਨ ਸਾਡੀ ਪਹਿਲੀ ਜਿਹੜੀ ਲਾਈਨ ਹੈ, ਅਸੀਂ ਨੂੰ ਬੈਕਗਰਾਊਂਡ ਇਨਫੋਰਮੇਸ਼ਨ ਦੇ ਕੇ ਅਸੀਂ ਲਿਖ ਦਿੱਤਾ। ਹੁਣ ਇੱਕ ਇਹ ਤਾਂ ਹੋ ਗਿਆ ਬੈਕਗਰਾਊਂਡ ਇਨਫੋਰਮੇਸ਼ਨ। ਸੋ ਬੱਚੇ ਬਹੁਤ ਵਾਰੀ ਰੀਫਰੇਜ਼ ਕਰਕੇ ਲਾਈਨ ਬਣਾਉਂਦੇ, ਰੀਫਰੇਜ਼ਿੰਗ, ਕਿ ਜੋ ਸਾਨੂੰ ਕੁਐਸਚਨ ਦਿੱਤਾ, ਜੋ ਸਾਡੀ ਲਾਈਨ ਆ, ਸਾਨੂੰ ਰੀਫਰੇਜ਼ ਕਰਕੇ ਆਪਣੇ ਸ਼ਬਦਾਂ 'ਚ ਲਿਖ ਸਕਦੇ ਹਾਂ। ਚਲੋ ਅਸੀਂ ਉਹ ਵੀ ਟਰਾਈ ਕਰਦੇ ਹਾਂ ਕਿ ਅਸੀਂ ਇਹਨੂੰ ਕਿੱਦਾਂ ਲਿਖ ਸਕਦੇ ਜੇ ਤੁਸੀਂ ਰੀਫਰੇਜ਼ ਕਰਨਾ। ਸੋ ਰੀਫਰੇਜ਼ਿੰਗ 'ਚ ਦੇਖੋ ਸਾਡੇ ਕੋਲ ਵਰਡ ਹੈ ਗਿਵਿੰਗ ਡਿਟੇਲ ਡਿਸਕ੍ਰਿਪਸ਼ਨ ਆਫ ਕ੍ਰਾਈਮ ਇਨ ਨਿਊਜ਼ਪੇਪਰ ਐਂਡ ਔਨ ਟੈਲੀਵਿਜ਼ਨ ਹੈਜ਼ ਬੈਡ ਕੰਸੀਕੁਐਂਸਿਸ। ਸੋ ਅਸੀਂ ਇੱਦਾਂ ਲਿਖ ਸਕਦੇ ਹਾਂ ਇਹਦੇ 'ਚ okay, so in this media oriented age, when giving word है, giving की जगह में comma, providing detailed description, डिस्क्रिप्शन जगह से वर्ड ला लिया इंफॉर्मेशन ऑफ क्राइम, राइट, इन न्यूज़पेपर ऑन टेलीविजन। सो मीडिया की गल है, उस जगह से मीडिया ले लिया। हैज, या फिर अस इदा भी लिख सकते हैं, हैज तो ऑलरेडी दिता है, अस इदा लिख सकते हैं इज बिलीव्ड टू हैव, right? ਹੁਣ bad consequences ਉਹਦੀ ਜਗ੍ਹਾ ਸੀ bad means negative, negative and results, right? So देखो ਅਸੀਂ ਲਾਈਨ ਨੂੰ ਕਿੱਦਾਂ ਰੀਫਰੇਜ਼ ਕੀਤਾ, in this media oriented age, comma, providing detailed information of crime is believed to have negative results। ਤੁਸੀਂ ਬੜੇ ਹੀ ਸੋਹਣੇ ਤਰੀਕੇ ਨਾਲ ਇਹਨੂੰ ਕੀ ਕਰ ਰਿਹਾ, ਰੀਫਰੇਜ਼ ਕਰ ਲਿਆ। ਸੋ ਤੁਸੀਂ ਇਹਨੂੰ ਰੀਫਰੇਜ਼ ਵੀ ਕਰ ਸਕਦੇ ਹੋ ਜਿੱਦਾਂ ਮੈਂ ਇੱਥੇ ਕੀਤਾ, ਜਾਂ ਫਿਰ ਤੁਸੀਂ ਇਹਨੂੰ ਡਿਟੇਲਡ ਇਨਫੋਰਮੇਸ਼ਨ, ਬੈਕਗਰਾਊਂਡ ਇਨਫੋਰਮੇਸ਼ਨ ਵੀ ਇੱਥੇ ਦੇਖੋ, ਇਹ ਬੈਕਗਰਾਊਂਡ ਇਨਫੋਰਮੇਸ਼ਨ ਦਿੱਤੀ ਅਸੀਂ, ਬੈਕਗਰਾਊਂਡ ਇਨਫੋਰਮੇਸ਼ਨ ਦੇ ਨਾਲ ਵੀ ਤੁਸੀਂ ਇਹਨੂੰ ਲਿਖ ਸਕਦੇ ਹੋ। ਪਹਿਲੀ ਲਾਈਨ ਅਸੀਂ ਲਿਖ ਲਈ। ਹੁਣ ਦੇਖੋ ਇਹ ਹੋਗੀ ਸਾਡੀ ਫਸਟ ਲਾਈਨ। ਸਾਡੇ ਕੁਐਸਚਨ 'ਚ 3 ਲਾਈਨਸ ਨੇ, ਸੋ ਅਸੀਂ ਇੱਥੇ ਵੀ 3 ਲਾਈਨ ਲਿਖਾਂਗੇ। ਨਾਓ there are distinct opinions on the consequences of the description। ਹੁਣ this is an optional line, ਤੁਸੀਂ ਇਹਨੂੰ ਲਿਖ ਵੀ ਸਕਦੇ ਹੋ, ਨਹੀਂ ਵੀ ਲਿਖ ਸਕਦੇ। ਅਸੀਂ ਥੋੜਾ ਜਿਹਾ ਲੈਵਲ ਅਪ ਕਰਨ ਦੇ ਲਈ ਇੱਕ ਲਾਈਨ ਲਿਖੀ ਹੈ ਤਾਂ there are distinct, because ਹਰ ਇੱਕ ਬੰਦੇ ਦੀ ਡਿਫਰੈਂਟ opinions ਨੇ regarding the consequences, ਮਤਲਬ ਨਤੀਜੇ ਡਿਸਕ੍ਰਿਪਸ਼ਨ ਦੇ। ਕੁਝ ਲੋਕ ਕਹਿੰਦੇ ਨੇ ਚੰਗਾ ਮਾੜਾ। ਸੋ ਅਸੀਂ ਇਸ ਲਾਈਨ ਨੂੰ ਤੁਸੀਂ ਚਾਹੋ ਤਾਂ ਲਿਖ ਸਕਦੇ ਹੋ, ਨਹੀਂ ਤਾਂ ਇਹਨੂੰ ਤੁਸੀਂ ਇਰੇਜ਼ ਵੀ ਕਰ ਸਕਦੇ ਹੋ, ਰਾਈਟ। ਸੋ ਅੱਗੇ ਦੇਖੋ, ਸੋ ਫ੍ਰੈਕਸ਼ਨ ਆਫ ਪੀਪਲ, ਸੋ ਫ੍ਰੈਕਸ਼ਨ ਆਫ ਪੀਪਲ ਅਸੀਂ ਸਮ ਦੇ ਲਈ ਯੂਜ਼ ਕਰ ਲਿਆ, ਰਾਈਟ। ਉੱਥੇ ਕੁਐਸਚਨ ਸਾਨੂੰ ਸਮ ਦਿੱਤਾ, ਸੋ ਸਮ ਪੀਪਲ। ਸੋ ਫ੍ਰੈਕਸ਼ਨ ਆਫ ਪੀਪਲ ਆਰ ਅਗੇਂਸਟ ਦ ਡਿਟੇਲ ਡਿਸਕ੍ਰਿਪਸ਼ਨ, ਅਗੇਂਸਟ, ਬਿਕਾਜ਼ ਬਹੁਤ ਲੋਕ ਅਸੀਂ ਕੁਐਸਚਨ 'ਚ ਉਹਨਾਂ ਨੇ ਕੀਤਾ ਕਿ ਲੋਕ ਕਹਿੰਦੇ ਨੇ some people believe ਜਾਂ some people say, ਦੇਖੋ ਕੁਐਸਚਨ ਦਿੱਤਾ ਹੈ that some people therefore suggest that government should impose restrictions on them। that means ਲੋਕੀ ਇਸ ਚੀਜ਼ ਦੇ ਅਗੇਂਸਟ ਨੇ, ਔਰ ਇਹ ਕਹਿੰਦੇ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਡਿਟੇਲ ਡਿਸਕ੍ਰਿਪਸ਼ਨ ਤੇ ਰੋਕ ਲਾ ਦੇਣੀ ਚਾਹੀਦੀ ਹੈ। ਸੋ ਅਸੀਂ ਨੈਗੇਟਿਵ ਗੱਲ ਹੋਈ ਹੈ। ਸੋ ਜਿਹੜੇ ਲੋਕ, ਸੋ ਫ੍ਰੈਕਸ਼ਨ ਆਫ ਪੀਪਲ ਦੀ ਜਗ੍ਹਾ, ਮਤਲਬ ਸਮ ਦੀ ਜਗ੍ਹਾ ਅਸੀਂ ਫ੍ਰੈਕਸ਼ਨ ਆਫ ਪੀਪਲ ਆਰ ਅਗੇਂਸਟ ਦ ਡਿਟੇਲ ਡਿਸਕ੍ਰਿਪਸ਼ਨ। ਦਿਸ ਇਜ਼ ਸਾਡੀ ਲਾਈਨ ਨੰਬਰ 2, ਰਾਈਟ। ਅੱਗੇ ਦੇਖੋ, ਹੁਣ ਥਰਡ ਜਿਹੜਾ ਸਾਨੂੰ ਕੁਐਸਚਨ ਲਾਈਨ ਪੁੱਛਿਆ, ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਅਗਰੀ। ਦਿਸ ਇਜ਼ ਦ ਬੇਸਿਕ ਕੁਐਸਚਨ ਜਿਹੜਾ ਸਾਨੂੰ ਐਸੇ ਦੇ ਵਿੱਚ ਪੁੱਛਿਆ ਗਿਆ ਹੈ, ਰਾਈਟ। ਹੁਣ ਇੱਥੇ ਅਸੀਂ ਥੀਸਿਸ ਸਟੇਟਮੈਂਟ ਆਪਣੀ ਦੇਵਾਂਗੇ, ਦਿਸ ਇਜ਼ ਕਾਲਡ ਥੀਸਿਸ ਸਟੇਟਮੈਂਟ। ਤੀਸਰੀ ਲਾਈਨ ਸਾਡੀ, ਦਿਸ ਇਜ਼ ਥਰਡ ਵਨ, ਜਿਹ 'ਚ ਅਸੀਂ ਇਹ ਕਲੀਅਰ ਕਰ ਦੇਣਾ ਹੈ ਕਿ ਅਸੀਂ ਕੀ ਬਿਲੀਵ ਕਰਦੇ ਹਾਂ ਕਿ ਵੈਦਰ ਰਿਸਟ੍ਰਿਕਸ਼ਨਸ ਲਾਉਣੀਆਂ ਚਾਹੀਦੀਆਂ ਕਿ ਨਹੀਂ ਲਾਉਣੀਆਂ ਚਾਹੀਦੀਆਂ। ਹੁਣ ਇਸ ਐਸੇ 'ਚ ਅਸੀਂ ਡਿਸਅਗਰੀ ਕਰਾਂਗੇ। ਇੱਕ ਤਾਂ ਤੁਸੀਂ ਧਿਆਨ ਰੱਖਣਾ ਕਿ ਥਰਡ ਪਰਸਨ 'ਚ ਲਿਖਣਾ ਹੈ, आई अग्री और आई डिसअग्री करके नहीं लिखना। कोशिश करो कि तुसी थर्ड पर्सन लिखो। देखो दिस essay is in disagreement। सो इत्थों एग्जामिनर नूं क्लीयर हो गया, असी थीसिस स्टेटमेंट च क्लीयर कर दिता कि असी इस ऐसे च डिसअग्री कर रहे हैं कि बई डिटेल डिस्क्रिप्शन देना जिहड़ा आ या उत्ते इंपोज करना, उतनूं रोक लानी जिहड़ी कि चंगी गल नहीं है, एक गुड आइडिया
नहीं है। ਅਸੀਂ ਥੀਸਿਸ ਸਟੇਟਮੈਂਟ ਦੇਤਾ ਮਤਲਬ ਅਸੀਂ ਇਸ ਐਸੇ ਦੇ ਵਿੱਚ ਇਹ ਡਿਸਕਸ ਕਰਾਂਗੇ ਕਿ ਡਿਟੇਲ ਡਿਸਕ੍ਰਿਪਸ਼ਨ ਦੇਣੀ ਚਾਹੀਦੀ ਹੈ ਔਰ ਅਸੀਂ ਪੁਆਇੰਟਸ ਡਿਸਕਸ ਕਰਾਂਗੇ ਵੀ ਕਿਉਂ ਦੇਣੀ ਚਾਹੀਦੀ ਉਹਦੇ ਕੀ ਫਾਇਦੇ ਨੇ। ਸੋ ਦਿਸ ਐਸੇ ਇਜ਼ ਇਨ ਡਿਸਐਗਰੀਮੈਂਟ ਟੂ ਦਾ ਅਬਵ ਸਟੇਟਮੈਂਟ ਬਿਕਾਜ਼ ਉੱਪਰ ਨੈਗੇਟਿਵ ਜਿਹੀ ਸਟੇਟਮੈਂਟ ਦਿੱਤੀ ਉਹਦੇ ਨਾਲ ਡਿਸਐਗਰੀ ਕਰਤਾ। ਹੁਣ ਤੁਸੀਂ ਦੇਖੋ ਬੱਚੋ ਬਹੁਤ ਵਾਰੀ ਬੱਚੇ ਬਸ ਇੱਦਾਂ ਹੀ ਲਿਖਦੇ ਨੇ ਦਿਸ ਐਸੇ is an agreement or this essay is in disagreement or this essay agrees to the above statement or this essay disagrees. But if you want to score high score in your IELTS writing especially ਤੁਸੀਂ 6 ਤੱਕ ਨਹੀਂ ਤੁਸੀਂ 7 7.5 8 ਬੈਂਡਸ ਲੈਣਾ ਚਾਹੁੰਦੇ ਹੋ 8.5 ਲੈਣਾ ਚਾਹੁੰਦੇ ਹੋ then ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ since ਜਾਂ as ਲਗਾ ਕੇ ਤੁਸੀਂ ਇੱਥੇ ਰੀਜ਼ਨ ਜ਼ਰੂਰ ਦੇਣਾ ਹੈ ਥੀਸਿਸ ਸਟੇਟਮੈਂਟ ਦੇ ਨਾਲ। ਮੈਂ ਆਲਰੇਡੀ ਪਹਿਲਾਂ ਵੀ ਦੱਸ ਚੁੱਕੀ ਹਾਂ, ਮੇਰੀ ਪੁਰਾਣੀਆਂ ਵੀਡੀਓਜ਼ ਚੈੱਕ ਕਰੋ ਤੁਸੀਂ। ਸੋ ਉਹਦੇ 'ਚ ਵੀ ਮੈਂ ਦੱਸਿਆ ਹੈ ਕਿ ਸਿੰਸ ਜਾਂ ਐਜ਼ ਲਗਾ ਕੇ ਅਸੀਂ ਥੀਸਿਸ ਸਟੇਟਮੈਂਟ ਨੂੰ ਡਿਸਕ੍ਰਾਈਬ ਜ਼ਰੂਰ ਕਰਨਾ। ਦੇਖੋ ਇੱਥੇ ਲਿਖਿਆ ਦਿਸ ਐਸੇ ਇਜ਼ ਇਨ ਡਿਸਐਗਰੀਮੈਂਟ ਟੂ ਦ ਅਬਵ ਸਟੇਟਮੈਂਟ ਸਿੰਸ elaborated information of crime in newspaper can prove to be fruitful or can prove to be harmful beneficial ਤੁਸੀਂ ਕੋਈ ਵੀ ਵਰਡ ਲਗਾ ਸਕਦੇ ਹੋ। ਕਿਉਂਕਿ ਅਸੀਂ ਇਸ ਐਸੇ ਵਿੱਚ ਇਹ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਹਾਂ ਕਿ ਰੋਕ ਨਹੀਂ ਲਾਣੀ ਚਾਹੀਦੀ ਇਹਦਾ ਮਤਲਬ ਅਸੀਂ ਇਹ ਸੋਚਦੇ ਹਾਂ ਕਿ ਐਸੇ ਜਿਹੜਾ ਡਿਟੇਲਡ ਕ੍ਰਾਈਮ ਦੀ ਜਿਹੜੀ ਡਿਟੇਲਡ ਇਨਫੋਰਮੇਸ਼ਨ ਹੈ ਉਹ ਵਧੀਆ ਸਾਬਿਤ ਹੋ ਸਕਦੀ ਹੈ, ਚੰਗੀ ਸਾਬਿਤ ਹੋ ਸਕਦੀ ਹੈ, ਇੱਕ ਚੰਗੀ ਚੀਜ਼ ਹੈ ਤੇ ਇਹ ਫਰੂਟਫੁਲ ਹੋ ਸਕਦੀ ਹੈ ਤੇ ਇਸ ਕਰਕੇ ਅਸੀਂ ਡਿਸਐਗਰੀ ਕੀਤਾ ਤੇ ਨਾਲ ਹੀ ਅਸੀਂ ਲਿਖਤਾ। ਹੁਣ ਤੁਸੀਂ ਇਹ ਦੇਖ ਲਓ ਇਹ ਜਿਹੜੀ ਲਾਈਨ ਹੈ ਤੁਸੀਂ ਇਹਨੂੰ ਐਗਜ਼ੈਕਟਲੀ ਕਿੱਦਾਂ ਵੀ ਮੋਲਡ ਕਰ ਸਕਦੇ ਹੋ ਅਕੋਰਡਿੰਗ ਟੂ ਦੀ ਐਸੇ ਰਾਈਟ। ਹੁਣ ਜਿੱਦਾਂ ਇਲੈਬੋਰੇਟਿਡ ਇਨਫੋਰਮੇਸ਼ਨ ਆਫ ਕ੍ਰਾਈਮ ਹੈ ਨਾ ਇਹ ਨਿਊਜ਼ਪੇਪਰ ਇੰਨੀ ਚੀਜ਼ ਤੁਸੀਂ ਆਪਣੇ ਟੌਪਿਕ ਦੇ ਅਕੋਰਡਿੰਗ ਚੇਂਜ ਕਰ ਲੈਣੀ ਹੈ ਰਾਈਟ। ਇੱਥੇ ਟੌਪਿਕ ਆ ਜਾਏਗਾ ਰੈਕਸ ਕੈਨ ਪ੍ਰੂਵ ਟੂ ਬੀ ਹੁਣ ਫਰੂਟਫੁਲ ਜਾਂ ਬੈਨੀਫਿਸ਼ੀਅਲ। ਮੰਨ ਲਓ ਕੋਈ ਇੱਦਾਂ ਦਾ ਕੁਐਸਚਨ ਹੈ ਕਿ ਕਟਿੰਗ ਆਫ ਟਰੀਜ਼ ਕਿ ਪੇੜ ਜਿਹੜੇ ਕੱਟਣੇ ਚਾਹੀਦੇ ਹੈ ਕਿ ਜਾਂ ਫਿਰ ਐਨੀਮਲਸ ਐਕਸਪੈਰੀਮੈਂਟ ਕਰਨਾ ਚਾਹੀਦਾ ਹੈ ਤੁਸੀਂ ਲਿਖਤਾ ਡਿਸਐਗਰੀ ਕਰਤਾ ਕਿ ਨਹੀਂ ਐਨੀਮਲਸ ਐਕਸਪੈਰੀਮੈਂਟ ਨਹੀਂ ਕਰਨਾ ਚਾਹੀਦਾ ਤੁਸੀਂ ਲਿਖਤਾ ਦਿਸ ਐਸੇ ਇਜ਼ ਇਨ ਡਿਸਐਗਰੀਮੈਂਟ ਟੂ ਦ ਅਬਵ ਸਟੇਟਮੈਂਟ ਐਜ਼ ਜਾਂ ਸਿੰਸ experimenting on animals can prove to be harmful ਤੁਸੀਂ ਇੱਥੇ harmful ਲਿਖ ਦਿਓ according to your topic ਤੁਸੀਂ ਉਹਨੂੰ statement ਨੂੰ change ਕਰ ਦੇਣਾ। ਜੇ positive ਹੈ ਤੁਸੀਂ fruitful ਲਿਖਣਾ ਚਾਹੁੰਦੇ ਹੋ ਕਿ ਹਾਂ ਵੀ beneficial ਉਹ ਲਿਖ ਦਿਓ, ਜੇ negative ਹੈ ਤੇ ਫਿਰ ਤੁਸੀਂ harmful ਜਾਂ disastrous ਲਿਖ ਸਕਦੇ ਹੋ according to you। ਤੁਸੀਂ ਆਹ ਲਾਈਨ ਸੇਮ ਰੱਖ ਲਓ since ਤੋਂ ਬਾਅਦ ਤੁਸੀਂ ਇਹ ਟੌਪਿਕ ਲਗਾ ਕੇ and then can prove to be fruitful ਜਾਂ beneficial can prove to be harmful and disastrous। ਹੁਣ ਤੁਸੀਂ ਦੇਖੋ ਸਾਡੀ ਇੰਟਰੋਡਕਸ਼ਨ ਦੇ ਵਿੱਚ 3 ਲਾਈਨਾਂ ਸੀ ਅਸੀਂ ਇੱਥੇ ਵੀ 3 ਲਾਈਨਸ ਨਾਲ ਆਪਣਾ ਇੰਟਰੋਡਕਸ਼ਨ ਦਾ ਪੈਰਾਗ੍ਰਾਫ ਬਣਾ ਲਿਆ। ਆਈ ਹੋਪ ਇਟਸ ਕਲੀਅਰ। ਹੁਣ ਅਸੀਂ ਵੱਧਦੇ ਹਾਂ ਬੋਡੀ ਪੈਰਾਗ੍ਰਾਫ 1 ਵੱਲ BP1। ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਤੁਹਾਡੀ ਥੀਸਿਸ ਸਟੇਟਮੈਂਟ ਹੈ ਜੇ ਤੁਹਾਡੀ ਥੀਸਿਸ ਸਟੇਟਮੈਂਟ ਅਗਰੀਮੈਂਟ 'ਚ ਹੈ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਨਹੀਂ ਕਿ ਇੰਪੋਜ਼ ਕਰਨਾ ਚਾਹੀਦਾ ਆ ਰੋਕ ਲਾ ਦੇਣੀ ਚਾਹੀਦੀ ਡਿਟੇਲ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ ਤੇ ਤੁਹਾਡਾ BP1 ਉਹੀ ਹੋਏਗਾ। BP1 ਦੇ ਵਿੱਚ ਵੀ ਤੁਸੀਂ ਉਹਦੇ ਪੁਆਇੰਟ ਡਿਸਕਸ ਕਰਨੇ ਆ ਕਿ ਵੀ ਜੇ ਰੋਕ ਲਾਣੀ ਹੈ ਤੇ ਕਿਉਂ ਲਾਣੀ ਹੈ। ਤੇ ਹੁਣ ਇੱਥੇ ਅਸੀਂ ਐਸੇ ਦੇ ਵਿੱਚ ਗੱਲ ਕਰ ਰਹੇ ਹਾਂ ਡਿਸਐਗਰੀਮੈਂਟ ਦੀ ਕਿ ਨਹੀਂ ਜਿਹੜੇ ਡਿਟੇਲਡ ਡਿਸਕ੍ਰਿਪਸ਼ਨ ਆਫ ਕ੍ਰਾਈਮ ਜਾਂ ਨਿਊਜ਼ਪੇਪਰ ਦੇ ਵਿੱਚ ਜਿਹੜੀ ਡਿਟੇਲ ਡਿਸਕ੍ਰਿਪਸ਼ਨ ਆਫ ਕ੍ਰਾਈਮ ਹੈ ਉੱਤੇ ਰੋਕ ਨਹੀਂ ਲਾਣੀ ਚਾਹੀਦੀ ਕਿਉਂਕਿ ਜੇ ਰੋਕ ਨਹੀਂ ਲਾਵਾਂਗੇ ਤੇ ਪੋਜ਼ਿਟਿਵ ਇੰਪੈਕਟਸ ਨੇ ਫਿਰ ਉਹ ਆਪਾਂ BP1 'ਚ ਉਹੀ ਡਿਸਕਸ ਕਰਨੇ ਆ। ਸੋ ਅਕੋਰਡਿੰਗ ਟੂ ਯੋਰ ਥੀਸਿਸ ਸਟੇਟਮੈਂਟ ਤੁਹਾਡਾ BP1 ਤੁਹਾਡੇ ਵਿਊ ਪੁਆਇੰਟ ਨੂੰ ਦਰਸਾਏਗਾ। ਸੋ ਦਿਸ ਇਜ਼ ਬੋਡੀ ਪੈਰਾਗ੍ਰਾਫ 1 ਓਕੇ ਇਹ ਸਾਡਾ ਬੋਡੀ ਪੈਰਾ 1 ਆ ਗਿਆ ਰਾਈਟ। ਨਾਓ ਲੈਟਸ ਸਟਾਰਟ। ਅਸੀਂ ਸਭ ਤੋਂ ਪਹਿਲਾਂ ਸਾਡਾ ਇਹ ਆ ਗਿਆ ਟੌਪਿਕ ਸੈਂਟੈਂਸ। ਜਿਹੜਾ ਸਾਡਾ ਬੋਡੀ ਪੈਰਾਗ੍ਰਾਫ 1 ਹੈ ਇਟ ਵਿਲ ਆਲਵੇਜ਼ ਸਟਾਰਟ ਵਿਦ ਟੌਪਿਕ ਸੈਂਟੈਂਸ। ਦੈਟ ਮੀਨਸ ਅਸੀਂ ਇੱਕ ਹੈਡਿੰਗ ਦੇਤੀ ਕਿ ਅਸੀਂ ਇਸ ਪੈਰਾਗ੍ਰਾਫ ਦੇ ਵਿੱਚ ਕੀ ਡਿਸਕਸ ਕਰਨ ਜਾ ਰਹੇ ਹਾਂ ਰਾਈਟ ਤਾਂ ਕਿ ਐਗਜ਼ਾਮਨਰ ਨੂੰ ਕਲੀਅਰ ਹੋ ਜਾਵੇ ਕਿ ਹਾਂਜੀ ਇਹਦੇ 'ਚ ਅਸੀਂ ਕੀ ਬਿਲੀਵ ਕਰਦੇ ਹਾਂ। So providing detailed description of crimes helps in awareness in the people। ਮੈਂ ਆਲਰੇਡੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਤੁਸੀਂ ਇੱਕ ਹੋਰ ਤਰੀਕੇ ਨਾਲ ਲਿਖ ਸਕਦੇ ਹੋ ਜੋ ਕਿ ਐਗਜ਼ੈਕਟ ਹਰ ਕਿਸੇ ਐਸੇ ਦੇ BP1 ਵਿੱਚ ਲਿਖ ਸਕਦੇ ਹੋ। There are plethora of reasons that support why giving providing detailed information
of crime is a bright idea, right? ਹੁਣ ਤੁਸੀਂ ਇਸ ਤਰੀਕੇ ਨਾਲ ਵੀ ਆਪਣਾ ਕੁਐਸਚਨ BP1 ਜਿਹੜਾ ਸ਼ੁਰੂ ਕਰ ਸਕਦੇ। देयर आर प्लेथोरा ऑफ रीजन दैट सपोर्ट व्हाई। ਹੁਣ ਇਹ ਜਿਹੜਾ ਆ दिस इज अकॉर्डिंग टू द टॉपिक, ਤੁਸੀਂ ਆਪਣੇ ਟੌਪਿਕ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ। ਜਿਵੇਂ ਮੈਂ ਕਿਤੇ ਕਿ ਐਕਸਪੈਰੀਮੈਂਟੇਸ਼ਨ ਔਨ ਐਨੀਮਲਸ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਤੁਸੀਂ ਡਿਸਐਗਰੀ ਕਰਦੇ ਹੋ ਕਿ ਐਨੀਮਲਸ ਤੇ ਐਕਸਪੈਰੀਮੈਂਟੇਸ਼ਨ ਨਹੀਂ ਹੋਣੀ ਚਾਹੀਦੀ, ਸੋ ਅਸੀਂ ਲਿਖ ਦਾਂਗੇ देयर आर प्लेथोरा ऑफ रीजंस दैट सपोर्ट दैट व्हाई experimenting on animals or doing conducting experiments on animals is not a bright idea, is not a good idea, right? So ਤੁਸੀਂ ਉਹਦੇ ਅਕੋਰਡਿੰਗ ਇਹਨੂੰ ਚੇਂਜ ਕਰ ਸਕਦੇ ਹੋ। bright ਦੀ ਜਗ੍ਹਾ ਜੇ ਤੁਸੀਂ ਲਿਖ ਸਕਦੇ ਹੋ ਕਿ is a dark idea, is not a good idea, right? not a good idea। ਤੁਸੀਂ ਕਿਸੇ ਵੀ ਤਰੀਕੇ ਨਾਲ as per your topic ਤੁਸੀਂ ਇਹਨੂੰ चेंज कर सकते हो। सो इत्थे ਅਸੀਂ कह रहे हैं कि नहीं डिटेल डिस्क्रिप्शन देनी चाहिए, सो ਅਸੀਂ ਇੱਥੇ ਲਿਖते देयर प्लेथोरा या umpteen of reasons, right? So umpteen word you can also use, there are umpteen of reasons, that means many words ਤੁਸੀਂ ਨਾ use ਕਰੋ। so there are plethora of reasons that support। I hope it's clear। ਇਸ ਤਰੀਕੇ ਨਾਲ ਤੁਸੀਂ ਆਪਣੀ BP1 ਦੀ ਪਹਿਲੀ ਲਾਈਨ ਲਿਖ ਸਕਦੇ ਹੋ, ਕਿਸੇ ਵੀ ਟੌਪਿਕ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ। ਹੁਣ ਅੱਗੇ ਅਸੀਂ ਦੇਣੇ ਐਗਜ਼ਾਮਪਲਸ। एग्जाम्पल्स से उन्होंने फिर डिस्क्रिप्शन की एग्जाम्पल देखे। हम देखो प्रोवाइडिंग डिटेल्ड डिस्क्रिप्शन ऑफ क्राइम्स हेल्प्स इन अवेयरनेस इन द पीपल। फॉर एग्जाम्पल उन्हें जी जगह तो लिख सकते हो टू साइट एन एग्जाम्पल, टू एग्जाम्पलीफाई, एनीथिंग यू कैन राइट, टू एग्जाम्पलीफाई, टू साइट एन एग्जाम्पल, कुछ भी। फॉर इंस्टेंस हम असीं इत्थे पॉइंट्स देने, दिस अवेयरनेस इज अ key factor in preventing more crime and also helps people to protect themselves from criminals। ਅਸੀਂ ਲਿਖਿਆ ਕਿ awareness मतलब ਜਾਗਰੂਕਤਾ is a key means important, एक important factor है, right? कि in preventing more crime, so बचाव ਦੇ ਲਈ ਜੇ ਅਸੀਂ डिटेल्ड इन्फॉर्मेशन दवांगे ਤੇ ਹੋਰ crime ਜਿਹੜਾ ਲੋਕਾਂ 'ਚ ਅਵੇਅਰਨੈਸ ਫੈਲੇਗੀ, ਜਾਗਰੂਕਤਾ ਫੈਲੇਗੀ ਔਰ ਲੋਕੀ ਹੋਰ ਕ੍ਰਾਈਮ ਤੋਂ ਆਪਣੇ ਆਪ ਨੂੰ ਬਚਾ ਸਕਣਗੇ ਐਂਡ ਆਲਸੋ ਹੈਲਪਸ ਪੀਪਲ ਟੂ ਪ੍ਰੋਟੈਕਟ ਦੈਮਸੈਲਵਸ ਫਰਮ ਕ੍ਰਿਮੀਨਲਸ, ਰਾਈਟ? तो जब ਅਸੀਂ डिटेल्ड डिस्क्रिप्शन देवांगे क्राइम बारे, क्रिमिनल्स बारे, ਤਾਂ ਲੋਕੀ ਇਸ ਚੀਜ਼ ਦੇ ਬਾਰੇ ਜਾਗਰੂਕ ਹੋ ਜਾਣਗੇ ਔਰ ਲੋਕੀ ਕ੍ਰਾਈਮ ਤੋਂ ਵੀ ਬਚ ਸਕਦੇ ਨੇ ਔਰ ਆਪਣੇ ਆਪ ਨੂੰ ਕ੍ਰਿਮੀਨਲਸ ਤੋਂ ਵੀ ਬਚਾ ਸਕਦੇ ਨੇ। ਇਸ ਕਰਕੇ डिटेल्ड इंफॉर्मेशन देनी ਜ਼ਰੂਰੀ ਹੈ। दिस इज द फर्स्ट पॉइंट ਅਸੀਂ डिस्क्राइब ਕੀਤਾ, एग्जाम्पल देता। सैकेंडली बिकॉज ऑलरेडी इतने ਅਸੀਂ फर्स्ट पॉइंट डिस्क्राइब किया, सो सैकेंड एक होर ਅਸੀਂ एग्जाम्पल दे रहे हैं, ये दिता रीजन दिता। Secondly, the information about crime may also be helpful in catching criminals and bringing them to justice। कहते कि जे ਅਸੀਂ information दवांगे about the crime, right? जैसे डिटेल्ड इंफॉर्मेशन दवांगे अबाउट द क्राइम और इट कैन आल्सो बी हेल्पफुल, मददगार साबित हो सकती इन कैचिंग क्रिमिनल्स। सो क्रिमिनल्स नूं फड़न दे लई ਜਿਹੜੇ ਲੋਕ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਫੜਨ ਦੇ ਲਈ ਜਦੋਂ ਅਸੀਂ ਉਹਨਾਂ ਦੀ ਪਿਕਚਰਸ ਦਿਖਾਉਂਦੇ ਹਾਂ, ਉਹਨਾਂ ਬਾਰੇ ਡਿਟੇਲਸ ਦਿੰਦੇ ਹਾਂ, ਫੁਟੇजेस ਦਿਖਾਉਂਦੇ ਹਾਂ, ਵੀਡੀਓਜ਼ ਦਿਖਾਉਂਦੇ ਹਾਂ ਕਿ ਕ੍ਰਿਮੀਨਲ ਹੈ, ਸੋ ਉਹਨਾਂ ਨੂੰ ਫੜਨ ਦੇ ਲਈ ਮਦਦਗਾਰ ਸਾਬਿਤ ਹੋ ਸਕਦੀਆਂ ਨੇ ਐਂਡ ਬ੍ਰਿੰਗਿੰਗ them to justice, ਔਰ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਨ ਦੇ ਲਈ, ਮਤਲਬ ਕਿ ਉਹਨਾਂ ਨੂੰ ਸਜ਼ਾ ਦੇਣ ਦੇ ਲਈ हेल्पफुल साबित हो सकते हैं जे ਅਸੀਂ डिटेल्ड इंफॉर्मेशन दिने। सो सेकेंड रीजन हो गया। देन फाइनली थर्ड रीजन, with increasing crime in all parts of the world, it is essential for the media, essential means ज़रूरी, right? ज़रूरी बन गया, important हो गया है, right? For the media to give elaborated information to the viewers, at the same time media should filter useless and provoking information from their coverage। हाँ जी, ये भी लिखा कि जिदा जिदा क्राइम सारी दुनिया के हर पार्ट च वध रहा है, जिस तरीके नाल से बहुत ज़रूरी हो गया है मीडिया दे लई। मीडिया मतलब जिहड़ी मीडिया न्यूज़पेपर्स या ऑनलाइन या टीवी ते सानू न्यूज़पेपर्स न्यूज़ आती है, सो बहुत हो गया इलैबोरेटेड मीनस डिटेल्ड। सो बहुत इंपॉर्टेंट हो गया है कि वो जिहड़ी मीडिया है वो लोकां नूं या अपने व्यूअर्स नूं डिटेल्ड इंफॉर्मेशन दवे, नॉलेज दवे, अवेयर करे रिगार्डिंग द क्राइम, ताकि ਉਹਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਅਵੇਅਰਨੈਸ ਹੋ ਸਕੇ। ਨਾਲ ਦੇ ਨਾਲ ਐਟ ਦ ਸੇਮ ਟਾਈਮ मीडिया शुड फिल्टर यूजलेस एंड प्रोवोकिंग इंफॉर्मेशन। कहते मीडिया नूं
मीडिया का फर्ज है कि लोगों को इंफॉर्मेशन तो दवे, पर उहदे नाल दे नाल मीडिया यूजलैस मीनस वेस्ट, राइट, कि ਜਿਹੜੀ फालतू दी न्यूज़ है, इदां दे बहुत सारे चैनल ते फालतू न्यूज़, लोगों को कोई उहदे नाल इन्फॉर्मेशन नहीं मिल रही, कोई अवेयरनेस नहीं, फालतू न्यूज़ दिखा रहे हैं। एंड प्रोवोकिंग मीनस भड़काऊ, राइट, सो भड़काऊ, सो ਜਿਹੜੀ ਲੋਕਾਂ ਨੂੰ ਭੜਕਾਉਂਦੀ ਹੈ। ਸੋ ਬਹੁਤ ਸਾਰੇ ਇੱਦਾਂ ਦੇ ਨਿਊਜ਼ ਚੈਨਲਸ ਨੇ, ਇੱਦਾਂ ਦੀ ਨਿਊਜ਼ ਹੁੰਦੀ ਹੈ ਜਿਹਦੇ ਵਿੱਚ ਰਿਲੀਜਨ ਬੇਸਡ ਲੋਕਾਂ ਨੂੰ ਆਪਸ 'ਚ ਭੜਕਾਇਆ ਜਾਂਦਾ ਹੈ, ਰਾਈਟ। ਸੋ ਹਿੰਦੂ ਮੁਸਲਿਮਸ ਦਾ ਵਿਵਾਦ ਦਿਖਾਉਂਦੇ ਨੇ ਜਾਂ ਲੋਕਾਂ ਨੂੰ ਆਪਸ 'ਚ ਭੜਕਾਉਂਦੇ ਨੇ, ਬਟ ਇਹ ਮੀਡੀਆ ਦਾ ਰੂਲ ਨਹੀਂ ਹੈ। ਮੀਡੀਆ ਨੂੰ ਇਹ ਕਰਨਾ ਚਾਹੀਦਾ ਕਿ ਉਹ ਲੋਕਾਂ ਨੂੰ ਅਵੇਅਰ ਕਰੇ ਔਰ ਯੂਜ਼ਲੈਸ ਫालतू ਔਰ ਭੜਕਾਊ ਇਨਫੋਰਮੇਸ਼ਨ ਨੂੰ ਆਪਣੀ ਕਵਰੇਜ ਤੋਂ ਫਿਲਟਰ ਕਰੇ। ਫਿਲਟਰ ਮਤਲਬ ਕੱਢ ਦੇਵੇ, ਇੱਦਾਂ ਦੀ ਨਿਊਜ਼ ਲੋਕਾਂ ਨੂੰ ਨਾ ਦਿਖਾਈ ਜਾਵੇ। ਸੋ ਬਾਈ ਡੂਇੰਗ ਸੋ, ਇੱਦਾਂ ਕਰਨ ਦੇ ਨਾਲ ਇਟ ਕੈਨ ਪਲੇ crucial means again important role। ਸੋ ਮੀਡੀਆ ਜੇ ਇੱਦਾਂ ਕਰਦੀ ਹੈ ਤਾਂ ਮੀਡੀਆ ਜੇ ਆਪਣਾ ਇੱਦਾਂ ਦਾ ਰੋਲ ਪਲੇ ਕਰੇਗੀ ਤਾਂ ਇਹਦੇ ਨਾਲ ਇੱਕ ਇੰਪੋਰਟੈਂਟ ਰੋਲ ਮੀਡੀਆ ਪਲੇ ਕਰੇਗੀ ਇਨ ਕੀਪਿੰਗ ਅ ਚੈੱਕ ऑन दी क्राइम इन सोसाइटी। सो चैक मीनस भी असी सोसाइटी दे विच जिहड़े क्राइम हो रहे हैं, असी उत्ते एक रोक ला सकते हैं या उन ते एक ध्यान रख सकते हैं, एक स्टॉप ला सकते हैं ताकि क्राइम जिहड़ा वधे ना। एंड ऑल्सो इन बिल्डिंग रिस्पॉन्सिबल इंडिविजुअल्स, जद असी लोकां दे विच एक अच्छी न्यूज़ देवांगे, अवेयरनेस करांगे, तो लोग भी सतर्क होकर एक रिस्पॉन्सिबल सिटीजनस का या रिस्पॉन्सिबल इंडिविजुअल्स का रोल अदा करनगे ते क्राइम नूं रोकण दी, क्राइम नूं होण तो बचाउण दी पूरी कोशिश करनगे, राइट। सो आई होप BP1 दे विच देखो असी अपने जिन्ने भी पॉइंट्स उन्होंने जस्टिफाई किया और पूरे इस पैराग्राफ दे विच असी पहला टॉपिक सेंटेंस देके असी पॉइंट्स देके एग्जाम्पल्स देके असी क्लीयर कर दिता कि वाई इट इज़ इंपॉर्टेंट टू गिव डिटेल्ड इंफॉर्मेशन इन द न्यूज़पेपर्स और ऑन टेलीविजन, राइट। क्लीयर हो गया। हुण असी की करना है, BP2 दे वाल वधदे हां। BP2 दे विच क्योंकि देखो साडे क्वेश्चन दे विच क्वेश्चन जिहड़ा साडा है, क्वेश्चन देखो क्वेश्चन दे विच असीं गल कीती है some people therefore suggest, so that means ਜਿਹੜੇ ਲੋग ਇਹ suggest that government should impose restrictions on them। so ਕੁਝ ਧਿਰ ਦੇ ਲੋग ਇਹ ਵੀ ਮੰਨਦੇ ਨੇ ਕਿ ਡਿਟੇਲਡ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ, ਉਹਦੇ ਨਾਲ ਨੈਗੇਟਿਵ ਇੰਪੈਕਟ ਹੋ ਸਕਦੇ ਨੇ, ਰਾਈਟ। ਸੋ ਅਸੀਂ ਉਹਨਾਂ ਦੀ ਗੱਲ ਕਰਨੀ ਹੈ ਹੁਣ BP2 ਦੇ ਵਿੱਚ। ਸੋ ਦਿਸ ਇਜ਼ ਅਵਰ ਬੋਡੀ पैराग्राफ 2। ओके, हुण बॉडी पैराग्राफ 2 आ गया। सो कोशिश ये करनी है कि जिन्ना वड्डा तुहाडा बॉडी पैराग्राफ 1 है उन्ना ही बॉडी पैराग्राफ 2 होवे, एक बैलेंस होवे, राइट। और 280 to 290 वर्ड्स तक तुसीं अपना ऐसे लिख सकते हो। हुण ऑन द अदर हैंड मीनस ऑन द कॉन्ट्रास्ट, ओपोजिट गल हो रही है, तुसीं ऑन द कंट्रास्ट भी लिख सकते हो क्योंकि असीं ओपोजिट धिर दी गल कर रहे हैं। Giving elaborated statements of crime in newspaper and television has bad consequences as most of, so bad consequences तुसी negative impacts भी लिख सकते हो, has negative impacts, तुसी has negative impacts, right, तुसी इस तरीके नाल भी लिख सकते हो। as most of the rank and file, very beautiful phrase that can be used for people। so people ज़्यादातर यूज ना करिए, असी इहदी जगह असी यूज किया द रैंक एंड फाइल। इन्हू तुसी किते भी यूज कर सकते अपनी राइटिंग च, अपनी स्पीकिंग च। द रैंक एंड फाइल मीनस पीपल, लोकां ਲਈ यूज होंदा है। द रैंक एंड फाइल ऑफ वर्ल्ड रिलाई heavily on electronic and print media। so rely means depend, राइट, डिपेंड करते हैं। ਹੁਣ ਤੁਸੀਂ ਦੇਖੋ ਅੱਜ ਦਾ ਜ਼ਮਾਨਾ ਮੀਡੀਆ ਦਾ, ਅਸੀਂ ਸਾਰੇ ਆਪਣੇ ਫੋਨਸ ਤੋਂ, ਸੋਸ਼ਲ ਮੀਡੀਆ ਤੋਂ, ਇੰਸਟਾ ਤੋਂ ਅਸੀਂ ਆਨਲਾਈਨ ਨਿਊਜ਼ ਦੇਖਦੇ ਹਾਂ। ਸੋ ਅਸੀਂ ਹੈਵੀਲੀ ਮਤਲਬ ਕੰਪਲੀਟਲੀ ਕਾਫੀ ਜ਼ਿਆਦਾ ਅਸੀਂ ਡਿਪੈਂਡੈਂਟ ਆ ਇਲੈਕਟ੍ਰੋਨਿਕ ਐਂਡ ਪ੍ਰਿੰਟ ਮੀਡੀਆ। ਇਲੈਕਟ੍ਰੋਨਿਕ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਾਂ ਟੀਵੀ ਤੇ ਦੇਖਦੇ ਹਾਂ, ਐਂਡ ਪ੍ਰਿੰਟ ਮੀਡੀਆ ਹੋ ਗਿਆ ਨਿਊਜ਼ਪੇਪਰਸ, ਮੈਗਜ਼ੀਨਸ, ਰਾਈਟ, ਜੋ ਪ੍ਰਿੰਟ ਫਾਰਮ ਦੇ ਵਿੱਚ ਆਉਂਦਾ। ਸੋ ਕਹਿੰਦੇ ਅੱਜ ਦੇ ਜਿਹੜੇ ਲੋਕ ਨੇ ਦੁਨੀਆ ਦੇ, ਉਹ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਨੇ, राइट। फॉर इंस्टेंस द रीडर क्लास, हुण रीडर क्लास मीनस कि रीडिंग दी कैटेगरी, जेडे लोग न्यूज़ रीड करते हैं, इच कंसिस्ट मीनस होना, राइट। सो जेडे जेडे लोग इहदे च शामिल हुंदे ने, राइट, प्रेजेंट हुंदे ने रीडिंग क्लास दे विच, रीडर क्लास दे विच, रीडर दे ग्रुप दे विच किहड़े लोग ने, वल्नरेबल पीपल। सो वल्नरेबल मीनस वीक, कमज़ोर। हुण कमज़ोर देखो
ਕਮਜ਼ੋਰ ਮਤਲਬ ਮਾਨਸਿਕ ਤੌਰ ਤੇ, ਕਿਉਂਕਿ ਜਿਹੜੇ ਨਾਟ ਲਾਈਕ ਮਾਨਸਿਕ ਤੌਰ ਤੇ ਮਤਲਬ ਹੁਣ ਜਿੱਦਾਂ ਬੱਚੇ ਨੇ ਜਾਂ ਟੀਨੇਜਰਸ ਨੇ, ਦੇ ਆਰ ਇਮੈਚਿਓਰ, ਉਹ ਇੰਨੇ ਸਮਝਦਾਰ ਨਹੀਂ ਹੈ, ਉਹ ਇੰਨੇ ਸੈਂਸਿਬਲ ਨਹੀਂ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਚੀਜ਼ ਚੰਗੀ ਹੈ ਜਾਂ ਕਿਹੜੀ ਚੀਜ਼ ਮਾੜੀ ਹੈ। ਸੋ ਜਦ ਅਸੀਂ ਕ੍ਰਾਈਮਸ ਨੂੰ ਡਿਟੇਲ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ ਤੇ ਬੱਚਿਆਂ ਤੇ ਮਾੜਾ ਪ੍ਰਭਾਵ ਪੈ ਸਕਦਾ। ਦੇਖੋ ਲਿਖਿਆ ਵਲਨਰੇਬਲ ਪੀਪਲ ਲਾਈਕ ਚਿਲਡਰਨ ਐਂਡ teenagers, such readers may get negative impression from crime and harm either themselves or other innocent people। ਸੋ ਕਹਿੰਦੇ ਜਿਹੜੇ ਚਿਲਡਰਨ ਨੇ ਜਾਂ ਟੀਨੇਜਰਸ ਨੇ ਇਹ ਵੀ ਰੀਡਿੰਗ ਗਰੁੱਪ ਦੇ ਵਿੱਚ ਨੇ, ਇਹ ਵੀ ਨਿਊਜ਼ ਰੀਡ ਕਰਦੇ ਨੇ। ਸੋ ਜਦ ਅਸੀਂ ਡਿਟੇਲਡ ਇਨਫੋਰਮੇਸ਼ਨ ਦਿੰਦੇ ਹਾਂ, ਸੋ ਇੱਦਾਂ ਦੇ ਜਿਹੜੇ ਰੀਡਰਸ ਨੇ, ਬੱਚੇ ਨੇ ਜਿਹੜੇ ਕਿ ਇੰਨੇ ਸੈਂਸਿਬਲ ਨਹੀਂ ਹੈ, ਇੰਨੇ ਮੈਚਿਓਰ ਨਹੀਂ ਹੈ ਕਿ ਆਪਣਾ ਚੰਗਾ ਭਲਾ ਦੇਖ ਸਕਣ, ਇੱਕ ਨੈਗੇਟਿਵ ਇੰਸਪੀਰੇਸ਼ਨ ਉਹਨਾਂ ਨੂੰ ਮਿਲ ਸਕਦੀ ਹੈ ਫਰੋਮ ਦ ਕ੍ਰਾਈਮ। ਅਸੀਂ ਬਹੁਤ ਵਾਰੀ ਦੇਖਿਆ ਹੈ ਕਿ ਕਈ ਵਾਰੀ ਸੁਸਾਈਡ ਦੀਆਂ ਨਿਊਜ਼, ਬੱਚਿਆਂ ਦੀਆਂ ਸੁਸਾਈਡ ਦੀਆਂ ਨਿਊਜ਼ ਬਹੁਤ ਡਿਟੇਲ 'ਚ ਦਿਖਾਈਆਂ ਤੇ ਬੱਚਿਆਂ ਨੇ ਉੱਤੋਂ ਇੰਸਪਾਇਰ ਹੋ ਕੇ ਖੁਦ ਸੁਸਾਈਡ ਕਰ ਲਏ, ਜਾਂ ਰੋਬਰੀਜ਼ ਕਰ ਲਈਆਂ, ਚੋਰੀਆਂ ਕਰ ਲਈਆਂ, ਜਾਂ ਕੋਈ ਹੋਰ ਕ੍ਰਾਈਮ ਨੂੰ ਅੰਜਾਮ ਦੇ ਦਿੱਤਾ ਕ੍ਰਾਈਮ ਨੂੰ ਹੀ ਦੇਖ ਕੇ, ਰਾਈਟ। ਸੋ ਇੱਥੇ ਉਹਨਾਂ ਨੇ ਇਸ ਚੀਜ਼ ਨੂੰ ਹੀ ਅਸੀਂ ਪੁਆਇੰਟ ਨੂੰ ਡਿਸਕ੍ਰਾਈਬ ਕੀਤਾ ਕਿ ਉੱਥੋਂ ਨੈਗੇਟਿਵ ਇੰਸਪਾਇਰ ਹੋ ਕੇ ਜਾਂ ਤਾਂ ਉਹ ਖੁਦ ਕ੍ਰਾਈਮ ਕਰ ਸਕਦੇ ਨੇ, ਹਾਰਮ ਈਦਰ ਦੈਮਸੈਲਵਸ, ਜਾਂ ਤਾਂ ਉਹ ਆਪਣੇ ਆਪ ਨੂੰ ਹਾਰਮ ਕਰ ਸਕਦੇ ਨੇ, ਜਾਂ ਫਿਰ ਉਹ ਇਨੋਸੈਂਟ ਲੋਕਾਂ ਨੂੰ ਜਾਂ ਆਮ ਲੋਕਾਂ ਨੂੰ, ਇਨੋਸੈਂਟ ਜਿਹੜੇ ਲੋਕ ਬੇਗੁਨਾਹ ਲੋਕ ਜਿਹੜੇ ਸੁਸਾਇਟੀ ਦੇ ਲੋਕ, ਉਹਨਾਂ ਨੂੰ ਵੀ ਹਾਰਮ ਕਰ ਸਕਦੇ ਨੇ। ਸੋ ਇਸ ਕਰਕੇ ਇਲੈਬੋਰੇਟਡ ਸਟੇਟਮੈਂਟ ਜਿਹੜੀਆਂ ਨਹੀਂ ਦੇਣੀਆਂ। ਹੁਣ ਤੁਸੀਂ ਦੇਖੋ ਕਿ BP2 ਦੇ ਵਿੱਚ, ਕਿਉਂਕਿ ਅਸੀਂ ਜਿਸ ਪੁਆਇੰਟ ਨੂੰ ਬਿਲੀਵ ਕੀਤਾ, ਅਸੀਂ ਤਾਂ ਥੀਸਿਸ ਸਟੇਟਮੈਂਟ 'ਚ ਇਹ ਲਿਖਤਾ ਕਿ ਅਸੀਂ ਇਸ ਚੀਜ਼ 'ਚ ਡਿਸਐਗਰੀ ਕਰਦੇ ਹਾਂ ਕਿ ਡਿਟੇਲਡ ਇਨਫੋਰਮੇਸ਼ਨ ਤੇ ਰੋਕ ਨਹੀਂ ਲਾਣੀ ਚਾਹੀਦੀ, ਬਲਕਿ ਡਿਟੇਲਡ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਸੋ ਅਸੀਂ BP1 ਦੇ ਵਿੱਚ ਜ਼ਿਆਦਾ ਪੁਆਇੰਟਸ ਦਿੱਤੇ। ਸੋ BP2 ਦੇ ਵਿੱਚ ਤੁਸੀਂ ਇੱਕ ਪੁਆਇੰਟ ਹੀ ਦੇਣਾ, ਜ਼ਿਆਦਾ ਪੁਆਇੰਟਸ ਨਹੀਂ ਦੇਣੇ। ਜੇ ਤੁਸੀਂ 3 ਪੁਆਇੰਟਸ BP1 'ਚ ਦੇ ਰਹੇ ਹੋ ਤਾਂ ਤੁਸੀਂ 2 ਦੇ ਦਿਓ ਜਾਂ 1 ਦੇ ਦਿਓ, ਔਰ ਉਸ ਤੋਂ ਬਾਅਦ ਦੇਣ ਤੋਂ ਬਾਅਦ ਜਿਸ ਚੀਜ਼ ਨੇ ਤੁਹਾਨੂੰ ਬੈਂਡਸ ਲੈ ਕੇ ਦੇਣੇ ਨੇ, ਦੈਟ ਇਜ਼ ਰਿਫਿਊਟ ਕਰਨਾ, ਰਾਈਟ। ਅਸੀਂ ਫਿਰ ਕੀ ਕਰਨਾ, ਮਤਲਬ ਅਸੀਂ ਜਿਹੜੇ ਲੋਕ ਇਹ ਬਿਲੀਵ ਕਰਦੇ ਨੇ ਕਿ ਡਿਟੇਲ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ, ਓਪੋਜ਼ਿਟ ਧਿਰ ਦੇ ਲੋਕ, ਕਿਉਂਕਿ ਅਸੀਂ ਇਹ ਬਿਲੀਵ ਨਹੀਂ ਕਰਦੇ, ਤੁਸੀਂ ਉਸ ਗੱਲ ਨੂੰ ਕੱਟ ਦੇਣਾ, ਮਤਲਬ ਘੁਮਾ ਫਿਰਾ ਕੇ ਅਸੀਂ ਗੱਲ ਫਿਰ ਉੱਥੇ ਲੈਣੀ ਹੈ ਕਿ ਨਹੀਂ, ਡਿਟੇਲਡ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਸੋ ਦਿਸ ਇਜ਼ ਰਿਫਿਊਟ। ਅਸੀਂ ਆਪਣੇ ਜਿਹੜਾ ਟੌਪਿਕ ਹੈ ਅਸੀਂ ਉਹਨੂੰ ਰਿਫਿਊਟ ਕਰ ਦਿੱਤਾ, ਰਾਈਟ। ਤੁਸੀਂ ਜਦ ਅਗਰੀ ਡਿਸਐਗਰੀ ਵਾਲਾ ਐਸੇ ਲਿਖਣਾ ਹੈ, ਤੁਸੀਂ ਰਿਫਿਊਟ ਜ਼ਰੂਰ ਕਰਨਾ, ਕਿਉਂਕਿ ਜੇ ਅਸੀਂ ਸਿੱਧਾ ਹੀ BP ਅਗਰੀ ਡਿਸਐਗਰੀ ਕਰਤਾ ਉਹ ਤਾਂ ਫਿਰ ਬਹੁਤ ਵਿਊਜ਼ ਹੋ ਗਿਆ, ਫਿਰ ਕਿੱਦਾਂ ਤੁਹਾਡੀ ਓਪੀਨੀਅਨ ਕਿੱਥੋਂ ਸਾਬਿਤ ਹੋਈ। ਸੋ ਤੁਸੀਂ BP2 ਦੇ ਵਿੱਚ ਦੂਸਰੀ ਧਿਰ ਦੇ ਲੋਕਾਂ ਦੀ ਗੱਲ ਕਰਕੇ ਉਹਨਾਂ ਦਾ ਇੱਕ ਅੱਧਾ ਪੁਆਇੰਟ ਦੇ ਕੇ ਐਂਡ ਦੈਨ ਫਿਰ ਤੁਸੀਂ ਆਪਣੇ ਪੁਆਇੰਟ ਨੂੰ ਫਿਰ ਪ੍ਰੂਵ ਕਰਨਾ ਕਿ ਜੋ ਮੈਂ ਕਿਹਾ ਸੀ ਉਹ ਬਿਲਕੁਲ ਸਹੀ ਹੈ। ਸੋ ਹਾਊਐਵਰ ਇਟ ਇਜ਼ ਰਿਸਪੌਂਸਿਬਿਲਿਟੀ ਆਫ ਮੀਡੀਆ to serve the community with sensible and socially acceptable news। So community means society, right? So society ਦੀ ਸੋ ਕਹਿੰਦੇ ਇਹ ਜਿਹੜੀ ਹੈ ਮੀਡੀਆ ਦੀ ਡਿਊਟੀ ਹੈ ਕਿ ਲੋਕਾਂ ਨੂੰ ਰਿਸਪੌਂਸਿਬਿਲਿਟੀ ਹੈ, ਇਟ ਇਜ਼ ਦ ਡਿਊਟੀ ਆਫ ਦ ਮੀਡੀਆ ਰਿਸਪੌਂਸਿਬਿਲਿਟੀ ਵਿਦ ਸੈਂਸਿਬਲ ਐਂਡ ਸੋਸ਼ਲੀ ਐਕਸੈਪਟੇਬਲ ਨਿਊਜ਼। ਸੋ ਸੈਂਸਿਬਲ ਮੀਨਸ ਅਸੀਂ ਆਲਰੇਡੀ ਇਸ ਪੁਆਇੰਟ ਨੂੰ ਲਿਖਿਆ ਕਿ ਯੂਜ਼ਲੈਸ ਇਨਫੋਰਮੇਸ਼ਨ ਨਹੀਂ। ਸੋ ਕਹਿੰਦਾ ਮਤਲਬ ਕਿ ਯੂਜ਼ਫੁਲ ਇਨਫੋਰਮੇਸ਼ਨ, ਸੈਂਸਿਬਲ ਕਿ ਜਿਹਦਾ ਕੋਈ ਸਿਰ ਪੈਰ ਹੋਵੇ, ਫਾਲਤੂ ਦੀ ਇਨਫੋਰਮੇਸ਼ਨ ਨਹੀਂ। ਯੂਜ਼ਫੁਲ ਐਂਡ ਸੋਸ਼ਲੀ ਐਕਸੈਪਟੇਬਲ। ਸੋ ਸੋਸ਼ਲੀ ਐਕਸੈਪਟੇਬਲ ਮੀਨਸ ਕਿ ਜਿਹੜੀ ਚੀਜ਼ ਭੜਕਾਊ ਨਾ ਹੋਵੇ, ਪ੍ਰੋਵੋਕਿੰਗ ਨਾ ਹੋਵੇ, ਜਿਹੜੀ ਸਾਰੇ ਲੋਕਾਂ ਨੂੰ ਮਤਲਬ ਸੁਸਾਇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤਣਾਅ ਨਾ ਪੈਦਾ ਕਰੇ, ਅੱਛੀ ਨਿਊਜ਼ ਹੋਵੇ ਜਾਂ ਜਿਹਦੇ ਨਾਲ ਲੋਕੀ ਅਵੇਅਰ ਹੋਣ, ਨਾ ਕਿ ਲੋਕੀ ਆਪਸ 'ਚ ਲੜਨ ਜਾਂ ਭੜਕਣ। So socially acceptable news and detailed description of crime and criminals can help in decreasing crime। So at the end ਅਸੀਂ ਆਪਣੇ ਪੁਆਇੰਟ ਨੂੰ ਪ੍ਰੂਵ ਕਰ ਦਿੱਤਾ ਕਿ ਜੇ ਡਿਟੇਲ ਡਿਸਕ੍ਰਿਪਸ਼ਨ ਆਫ ਅਸੀਂ ਕ੍ਰਾਈਮ ਦੇਵਾਂਗੇ ਤੇ ਕ੍ਰਿਮੀਨਲਸ ਬਾਰੇ ਗੱਲ ਕਰਾਂਗੇ, ਡਿਟੇਲ ਡਿਸਕ੍ਰਿਪਸ਼ਨ ਦੇਵਾਂਗੇ ਤੇ ਇਹ ਕ੍ਰਾਈਮ ਨੂੰ ਡਿਕਰੀਜ਼ ਕਰਨ 'ਚ ਹੀ ਹੈਲਪ ਕਰੇਗੀ। ਸੋ ਦਿਸ ਇਜ਼ ਰਿਫਿਊਟ। ਇਹ ਬਹੁਤ ਹੀ ਇੰਪੋਰਟੈਂਟ ਹੈ, ਇੱਕ ਪੁਆਇੰਟ ਦੇ ਨਾਲ ਹੀ ਤੁਸੀਂ ਰਿਫਿਊਟ ਕਰਨਾ ਹੈ, ਔਰ ਤੁਸੀਂ ਇਹ ਰਿਫਿਊਟ ਕਰਨ ਦੇ ਨਾਲ ਐਗਜ਼ਾਮੀਨਰ ਨੂੰ ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਤੁਸੀਂ ਲੈਣਾ ਕਿ ਮੈਂ ਜੋ ਪੁਆਇੰਟ ਪ੍ਰੂਫ ਸ਼ੁਰੂ ਕੀਤਾ, ਜੋ ਮੈਂ ਥੀਸਿਸ ਸਟੇਟਮੈਂਟ 'ਚ ਕਿਹਾ ਕਿ ਮੈਂ ਡਿਸਐਗਰੀ ਕਰਦਾ, ਐਂਡ ਦੇ ਵਿੱਚ ਵੀ ਤੁਸੀਂ ਡਿਸਐਗਰੀ ਕਰਨਾ। ਮਤਲਬ ਜਿਹੜੇ ਓਪੋਜ਼ਿਟ ਧਿਰ ਦੇ ਲੋਕ ਨੇ, ਜਿਹੜੇ ਗੱਲ ਕਹਿ ਰਹੇ ਨੇ ਕਿ ਨਹੀਂ ਡਿਟੇਲ ਡਿਸਕ੍ਰਿਪਸ਼ਨ ਨਹੀਂ ਦੇਣੀ ਚਾਹੀਦੀ, ਉਹਨਾਂ ਦੀ ਗੱਲ ਨੂੰ ਕੱਟ ਦੇਣਾ, ਉਹਨਾਂ ਨੂੰ ਸਹੀ ਪ੍ਰੂਵ ਨਹੀਂ ਕਰਨਾ। ਆਈ ਹੋਪ ਇਟਸ ਕਲੀਅਰ ਟੂ ਯੂ। ਹੁਣ ਅਸੀਂ ਵਧਦੇ ਆਪਣੇ ਚੌਥੇ ਪੈਰਾਗ੍ਰਾਫ ਵੱਲ, ਦੈਟ ਇਜ਼ ਦ ਕਨਕਲੂਜਨ ਪਾਰਟ। ਨਾਓ ਲੈਟਸ ਸੀ ਵਾਟ ਇਜ਼ ਦ ਕਨਕਲੂਜਨ। ਹੁਣ
लास्ट देखो, इन क्रक्स, इन कंप्रेस मीन्स टू कंक्लूड, राइट। क्रक्स का मतलब होता निचोड़, बिकॉज ਅਸੀਂ कंक्लूजन च पूरे ऐसे जो लिखे ਉਹਦਾ ਨਿਚੋੜ ਹੀ ਦੇਣਾ ਹੈ। सो टू कंक्लूड, या एक होर बहुत अच्छा एक्सप्रैशन है ਤੁਸੀਂ यूज कर सकते हो, टू कट द लॉन्ग स्टोरी शॉर्ट, राइट। सो ਤੁਸੀਂ ਇਹਨੂੰ भी यूज कर सकते हो इस फ्रेज ਨੂੰ, टू कट द लॉन्ग स्टोरी शॉर्ट। It can be said that detailed description of crime has its pros and cons. Pros means positives, cons means negatives. कि देखो ਅਸੀਂ ऐसे ਚ ਦੋਨੋਂ ਹੀ ਗੱਲਾਂ ਕੀਤੀਆਂ ਕਿ ਹਾਂ ਕੁਝ ਨੈਗੇਟਿਵ ਵੀ ਹੈ, ਪੋਜ਼ਿਟਿਵ ਜ਼ਿਆਦਾ ਨੇ, ਪਰ ਅਸੀਂ ਗੱਲ ਕੀਤੀ ਕਿ ਹਾਂਜੀ ਡਿਟੇਲ ਡਿਸਕ੍ਰਿਪਸ਼ਨ ਆਫ ਕ੍ਰਾਈਮ ਦੇ ਪ੍ਰੋਜ਼ ਵੀ ਨੇ ਐਂਡ ਕੌਨਸ ਵੀ ਨੇ, ਮਤਲਬ ਨੈਗੇਟਿਵਸ ਵੀ ਨੇ ਤੇ ਪੋਜ਼ਿਟਿਵਸ ਵੀ ਨੇ। ਪ੍ਰੋਜ਼ ਮੀਨਸ ਪੋਜ਼ਿਟਿਵਸ ਐਂਡ ਕੌਨਸ ਮੀਨਸ ਨੈਗੇਟਿਵ, ਕਿ ਇਹਦੇ ਨੈਗੇਟਿਵ ਇੰਪੈਕਟ ਵੀ ਨੇ ਤੇ ਪੋਜ਼ਿਟਿਵ ਇੰਪੈਕਟ ਵੀ ਨੇ। Then, keeping an eye over the agitating news can help and can be a help. So keeping an eye means nazar rakhna over the agitating again means ਭੜਕਾਊ, so waste या फ्रूटफुल नहीं होना या लोगों को आपस में भड़काना, प्रोवोकिंग बेसिकली कह दो, राइट। सो प्रोवोकिंग ही है ਇਹਦਾ मतलब, राइट। ਭੜਕਾਊ मैं ऑलरेडी ਤੁਹਾਨੂੰ ਦੱਸ ਚੁੱਕੀ ਹਾਂ। ਸੋ ਕਹਿੰਦੇ ਹਾਂ ਅਸੀਂ ਇਹ ਚੀਜ਼ ਰੱਖੀਏ ਕਿ ਨਿਊਜ਼ ਜਿਹੜੀ ਹੈ ਉਹ ਭੜਕਾਊ ਨਾ ਹੋਵੇ ਤੇ ਯੂਜ਼ਲੈਸ ਨਾ ਹੋਵੇ, ਸੈਂਸਿਬਲ ਹੋਵੇ, ਸੋਸ਼ਲੀ ਐਕਸੈਪਟੇਬਲ ਹੋਵੇ, ਤੇ ਕੀਪਿੰਗ ਐਨ ਆਈ ਮਤਲਬ ਇਸ ਚੀਜ਼ ਤੇ ਨਜ਼ਰ ਰੱਖਦੇ ਕਿ ਇਹ ਚੀਜ਼ ਨਾ ਹੋਵੇ। ਬਾਕੀ ਅਵੇਅਰਨੈਸ ਵਾਲੀ ਨਿਊਜ਼ ਜਿਹੜੀ ਹੈ ਕੈਨ ਬੀ ਅ ਹੈਲਪ, एक मदद साबित हो सकती है। एंड पीपल शुड नॉट बिलीव ऑन द न्यूज़ बिफोर चैकिंग इट, और लोग जिहड़े है न्यूज़ नू इदां ही यकीन ना कर लें, कहना मतलब कि फेक न्यूज़ दो सावधान रहन, राइट। सो पीपल जिहड़े ने उन्होंने फेक न्यूज़ ते बिलीव नहीं करना चाहिए बिफोर चैकिंग इट, मतलब कि सोर्स जरूर चैक कर लैन, इदां ही नहीं कि कितों भी न्यूज़ पढ़ी तो बिलीव कर ली, बिकॉज अज दा जिहड़ा सोशल मीडिया का जमाना है, हर किसी के हाथ दे विच फोन्स है, हर किसी नूं ये फ्रीडम है कि वो कैन पोस्ट एनीथिंग। सो फेक न्यूज़ दे झांसे दे विच नहीं आना, और लोकी जे अच्छी या अवेयरनेस वाली न्यूज़ जे मीडिया दिंदी है तो वो एक हेल्प साबित हो सकती है, वो बेनीफिशियल साबित हो सकती है। सो दिस इज़ द कंक्लूजन, आई होप इट्स क्लीयर टू यू ऑल। सो इस तरीके नाल तुसी अपना ऐसे लिखोगे, बहुत ही वधिया तरीके नाल तुहाडा ऐसे लिखिया जाएगा। पॉइंट्स नू प्रूव करना है, जस्टिफाई करना है, एग्जाम्पल्स देनिया ने, ते कन्फ्यूज नहीं होना। सी कॉन्फिडेंस इज़ द की, तुसी कॉन्फिडेंट होकर अपने पॉइंट्स नू सोच समझ के एक्सप्लेन करोगे तो डेफिनेटली राइटिंग की कुछ भी मुश्किल नहीं है। बाकी असी तुहाडे लई हैगे आ, असी हर प्रॉब्लम का तुहाडा सोल्यूशन करांगे। डू टेल मी इन द कमेंट बॉक्स कि तुहानू वीडियो किदां दी लगी, एंड डू टेल मी कि तुहानू होर की प्रॉब्लम्स ने, किस तरह के टॉपिक्स, किस तरीका के एसेज तुसी चाहते हो कि असी तुहाडे लई लैके आईए। सो थैंक यू सो मच, मिलते हैं नैक्सट वीडियो।